कत नहीं ठौर मूल कत लावो, खोजत तन में ठौर न पाओ। लागी होए सो जाने पीर, राम भगत अनियाले तीर। रहाओ एक पाए देखो सब नारी, क्या जानो शह कौन प्यारी। कहो कबीर जाके मस्तक भाग, सब पर हरता को मिले सुहाग। वाहिगुरु जी का खालसा, वाहिगुरु जी की फतेह। परम सत्कारयोग सतगुरां दी साजी नवाजी साध संगत जीओ। असी दुनियादार लोग अपनी दुनियावी पद्धर तिकर सोचण दे आदी, पर ਜਿਉਂ ਜਿਉਂ ਬਾਣੀ ਦਾ ਪਾਠ ਅਤੇ ਵਿਚਾਰ ਕਰ ਰਹੇ ਹਾਂ, ਬਹੁਤ ਹੀ ਡੂੰਘੇ ਖਿਆਲ ਹਨ ਭਗਤ ਜਨਾਂ ਦੇ, ਮਹਾਂਪੁਰਖਾਂ ਦੇ, ਜਿਹੜੇ ਸਾਡੀ ਸਮਝ ਵਿੱਚ ਆਉਣ ਤੋਂ ਬਹੁਤ ਦੂਰ ਹਨ। ਪਰ ਜੇ ਵਿਚਾਰ ਕਰਾਂਗੇ ਸਾਨੂੰ ਸਮਝ ਵੀ ਆਵੇਗੀ, ਸਾਨੂੰ ਪ੍ਰੇਰਨਾ ਵੀ ਮਿਲੇਗੀ। ਇਸ ਸ਼ਬਦ ਦਾ ਪਾਠ ਤੁਸੀਂ ਸੁਣ ਲਿਆ, ਜਿਸ ਵਿੱਚ ਭਗਤ ਜੀ ਨੇ ਇੱਕ ਸਵਾਲ ਉਠਾਇਆ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਨਿਆਲੇ ਤੀਰ। ਆਖਿਆ ਉਹ ਪੀੜ ਨੂੰ ਜਾਣਦਾ ਹੈ ਜਿਸ ਨੂੰ ਲੱਗੀ ਹੋਵੇ। ਬਾਣੀ ਵਿੱਚ ਵੀ ਪਾਤਸ਼ਾਹ ਨੇ ਫਰਮਾਇਆ, ਜਿਸ ਤਨ ਲਾਗੇ ਸੋਈ ਜਾਣੇ, ਕੌਣ ਜਾਣੇ ਪੀਰ ਪਰਾਈ। ਮਹਾਂਪੁਰਖਾਂ ਦੀਆਂ ਰਮਜ਼ਾਂ ਨੂੰ ਸਮਝਣ ਵਾਸਤੇ ਉਹਨਾਂ ਦਾ ਜੀਵਨ ਵੀ ਪੜ੍ਹਨਾ ਪਵੇ। ਜਿਵੇਂ ਕਹਿੰਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਝ ਦਿਨ ਲਈ ਆਪਣੀ ਮੌਜ ਵਿੱਚ ਪਲੰਗ 'ਤੇ ਲੇਟੇ ਹੋਏ ਹਨ, ਨਾ ਬੋਲਦੇ ਹਨ, ਨਾ ਆਪਣੇ ਹਾਣੀ ਬੱਚਿਆਂ ਨਾਲ ਖੇਡਦੇ ਹਨ, ਨਾ ਰੁਚੀ ਨਾਲ ਭੋਜਨ ਖਾਂਦੇ ਹਨ। ਮਾਤਾ ਤ੍ਰਿਪਤਾ ਜੀ ਨੂੰ ਬੜਾ ਫਿਕਰ ਹੋ ਗਿਆ। ਉਹਨਾਂ ਨੇ ਆਪਣੇ ਪਤੀ ਦੇਵ ਮਹਿਤਾ ਕਲਿਆਣ ਦਾਸ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬਾਬਾ ਕਾਲੂ ਜੀ ਕਹਿੰਦੇ, ਉਹਨਾਂ ਨੂੰ ਕਹਿਣ ਲੱਗੇ, ਤੁਹਾਨੂੰ ਆਪਣੇ ਪਟਵਾਰ ਦੇ ਕੰਮਾਂ ਤੋਂ ਵਿਹਲ ਨਹੀਂ ਮਿਲਦੀ। ਦੇਖੋ ਸਾਡਾ ਇੱਕੋ ਇੱਕ ਬੇਟਾ ਹੈ ਨਾਨਕ, ਪਤਾ ਨਹੀਂ ਇਹਨੂੰ ਕੀ ਔਰ ਹੈ, ਕੀ ਤਕਲੀਫ ਹੈ, ਕੀ ਬਿਮਾਰੀ ਹੈ। ਇਹ ਨਾ ਰੁਚੀ ਨਾਲ ਬੋਲਦੇ ਹਨ, ਨਾ ਭੋਜਨ ਖਾਂਦੇ ਹਨ, ਨਾ ਬੱਚਿਆਂ ਨਾਲ ਖੇਡਦੇ। ਕਹਿੰਦੇ ਨੇ ਮਹਿਤਾ ਜੀ ਨੇ ਵੈਦ ਜੀ ਨੂੰ ਬੁਲਾਇਆ। ਵੈਦ ਜੀ ਆਏ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਬਜ਼ ਫੜ ਕੇ ਟੋਣਾ ਸ਼ੁਰੂ ਕਰ ਦਿੱਤਾ। ਟੋ ਟਾ ਕੇ ਉਹ ਥੱਕ ਗਏ। ਕਹਿਣ ਲੱਗੇ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ। ਅਸੀਂ ਛੋਟੇ ਹੁੰਦੇ ਸ਼ਬਦ ਪੜ੍ਹਦੇ ਸੁਣਦੇ ਸਾਂ, ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਰੋਗ ਦੀ ਸਾਰ ਨਾ ਕਾਈ। ਬਾਣੀ ਵਿੱਚ ਸ਼ਬਦ ਆਉਂਦਾ, ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰ ਕਰੇ ਜਿਮ। ਭਗਤ ਕਬੀਰ ਜੀ ਕਹਿ ਰਹੇ ਨੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਨਿਹਾਲੇ ਤੀਰ। ਟੀਕਾਕਾਰਾਂ ਨੇ ਲਿਖਿਆ, ਭਗਤ ਕਬੀਰ ਜੀ ਵੀ ਕੁਝ ਦਿਨ ਇਸੇ ਤਰ੍ਹਾਂ ਇੱਕ ਮਨ ਇੱਕ ਚਿੱਤ ਹੋ ਕੇ ਸ਼ਾਂਤ ਪਏ। ਉਹਨਾਂ ਦੀ ਮਾਤਾ ਨੂੰ ਫਿਕਰ ਹੋਇਆ, ਉਹ ਵੈਦ ਨੂੰ ਬੁਲਾ ਲਿਆ। ਵੈਦ ਨੇ ਆ ਕੇ ਨਬਜ਼ ਟੋਣੀ ਸ਼ੁਰੂ ਕਰ ਦਿੱਤੀ।
ਟੋਟਾ ਕੇ ਕਹਿਣਗਾ ਮੈਨੂੰ ਕੋਈ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਕੀ ਰੋਗ ਹੈ, ਮੈਂ ਕਿੱਥੇ ਦਵਾਈ ਲਾਵਾਂ, ਕੋਈ ਪੀੜ ਵਾਲੀ ਜਗ੍ਹਾ ਮੈਨੂੰ ਨਜ਼ਰ ਹੀ ਨਹੀਂ ਆਉਂਦੀ। ਮੇਰਾ ਕਹਿਣ ਤੋਂ ਮਤਲਬ ਕਿ ਮਹਾਂਪੁਰਖਾਂ ਦੀਆਂ ਰਮਜ਼ਾਂ ਨੂੰ ਸਮਝਣਾ ਬੜਾ ਮੁਸ਼ਕਲ ਹੈ, ਕਿਉਂਕਿ ਅਸੀਂ ਆਪਣੇ ਦੁਨਿਆਵੀ ਪੱਧਰ ਉੱਤੇ ਹਰ ਗੱਲ ਨੂੰ ਸੋਚਣ, ਤੋਲਣ ਅਤੇ ਮਿਲਣ ਦਾ ਯਤਨ ਕਰਦੇ। ਭਗਤ ਕਬੀਰ ਜੀ ਕਹਿੰਦੇ ਹਨ, ਇਹ ਪੀੜ ਉਹੀ ਸਮਝ ਸਕਦਾ ਜਿਸ ਨੂੰ ਲੱਗੀ ਹੋਵੇ। ਇਹ ਪੀੜ ਹੈ ਬਿਰੋਂ ਦੀ, ਇਹ ਹੈ ਵਿਛੋੜੇ ਦੀ ਪੀੜ, ਇਹ ਰੱਬ ਤੋਂ ਵਿਛੜਨ ਦੀ ਪੀੜਾ ਹੈ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਆਖਾਂ ਜੀਵਾਂ ਵਿਸਰੇ ਮਰ ਜਾਉ। ਹੁਣ ਸਾਨੂੰ ਕੀ ਪਤਾ, ਤੋ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਸਮਝਾਇਆ ਕਿ ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਂਹ। ਹੁਣ ਇਹਦੇ ਅੱਖਰੀ ਅਰਥ ਇਹ ਹੋਈ ਨੇ ਕਿ ਵੈਦ ਨੂੰ ਬੁਲਾਇਆ ਗਿਆ ਵੈਦਗੀ ਕਰਨ ਵਾਸਤੇ, ਉਸ ਨੇ ਆ ਕੇ ਬਾਂਹ ਫੜ ਲਈ, ਨਬਜ਼ ਫੜ ਲਈ, ਪਰ ਭੋਲਾ ਵੈਦ ਨ ਜਾਣੇ ਕਰਕ ਕਰੇ ਜੇ ਮਾਂ। ਇਹ ਪੀੜ ਹੀ ਕੋਈ ਹੋਰ ਹੈ, ਇਹ ਪੀੜ ਉਹ ਹੀ ਜਾਣ ਸਕਦਾ ਜਿਸ ਨੂੰ ਇਹ ਪੀੜ ਲੱਗੀ ਹੋਵੇ। ਫਰੀਦ ਜੀ ਵੀ ਕਹਿੰਦੇ ਨੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਬਿਰਹਾ ਬਿਰਹਾ ਆਖ। ਲੋਕ ਵਿਛੋੜੇ ਦੀ ਗੱਲ ਕਰਦੇ, ਪਰ ਹੇ ਬਿਰਹਾ ਤੂੰ ਤੇ ਬਾਦਸ਼ਾਹ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ। ਜਿਸ ਹਿਰਦੇ ਵਿੱਚ ਪਰਮਾਤਮਾ ਦੇ ਵਿਛੋੜੇ ਦੀ ਪੀੜ ਨਹੀਂ ਜਾਗੀ, ਉਹ ਹਿਰਦਾ ਨਾ ਜਾਣੋ, ਉਹ ਤੇ ਮਸਾਨ ਹੈ, ਸ਼ਮਸ਼ਾਨ ਭੂਮੀ। ਹੁਣ ਇਹਨਾਂ ਗੱਲਾਂ ਨੂੰ ਸਮਝਣ ਵਾਸਤੇ ਬੜੀ ਬਰੀਕੀ ਵਿੱਚ ਆਉਣ ਦੀ ਲੋੜ ਹੈ। ਭਗਤ ਜੀ ਨੇ ਕਿਹਾ ਕਿ ਲਾਗੀ ਹੋਏ ਤੋ ਜਾਣੈ ਪੀਰ। ਹੁਣ ਇੱਥੇ ਪੀਰ ਦਾ ਮਤਲਬ ਹੈ ਪੀੜਾ। ਜਿਹਨੂੰ ਲੱਗੀ ਹੋਵੇ ਵਿਛੋੜੇ ਦੀ ਪੀੜ, ਜਿਹਨੂੰ ਵਿਛੋੜੇ ਦਾ ਤੀਰ ਵੱਜਾ ਹੋਵੇ, ਉਹੀ ਪੀੜ ਜਾਣਦਾ। ਰੋਜ਼ ਅਸੀਂ ਪੜ੍ਹਦੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਜਿਸ ਲਾਗੀ ਪੀਰ ਪਰਮ ਕੀ ਸੋ ਜਾਣੈ ਜਰੀਆ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਲਾਗੀ ਹੋਏ ਸੋ ਜਾਣੈ ਪੀਰ। ਹੁਣ ਇਹਨੂੰ ਜਿਤਨਾ ਰਿੜਕੀ ਜਾਵਾਂਗੇ ਤਾਂ ਸਮਝ ਆਵੇ। ਰਾਮ ਭਗਤ ਅਨਿਆਲੇ ਤੀਰ। ਇਹ ਜਿਹੜੀ ਰਾਮ ਦੀ ਭਗਤੀ ਵਾਲੀ ਪੀੜ ਹੈ, ਇਹ ਤਾਂ ਅਨਿਆਲੇ ਤੀਰ ਹਨ। ਅਣਿਆਲੇ, ਅਣਿਆਲੇ, ਅਣੀ ਕਹਿੰਦੇ ਨੇ ਮੁਖੀ ਨੂੰ। ਤੀਰ ਤਾਂ ਤੁਸੀਂ ਦੇਖੇ ਹਨ, ਤੀਰ ਦਾ ਮੂੰਹ ਅੱਗੋਂ ਬਹੁਤ ਤਿੱਖਾ ਹੁੰਦਾ। ਕਿਉਂ ਤਿੱਖਾ ਹੁੰਦਾ? ਜਿਹਦੇ ਵੱਜ ਜਾਏ ਉਹਦੇ ਅੰਦਰ ਧੱਸ ਜਾਏ। ਆਖਿਆ ਇਸੇ ਤਰ੍ਹਾਂ ਪਰਮਾਤਮਾ ਦੀ ਭਗਤੀ ਦਾ ਜਿਹੜਾ ਤੀਰ ਹੈ ਉਹ ਅਣੀ ਵਾਲਾ, ਪਰ ਇਹ ਅਣਿਆਲੇ ਤੀਰ ਜਿਹਨੂੰ ਲੱਗੇ ਹੋਣ ਉਹੀ ਜਾਣ ਸਕਦਾ। ਵੈਦਾਂ ਨੂੰ ਕੀ ਪਤਾ? ਕਹਿੰਦੇ ਨੇ ਭਗਤ ਕਬੀਰ ਜੀ ਨੂੰ ਵਿਖਾਉਣ ਲਈ ਮਾਂ ਨੇ ਵੈਦ ਸੱਦ ਲਿਆ। ਵੈਦ ਨੇ ਨਬਜ਼ ਵਗੈਰਾ ਟੋਹ ਲਈ, ਪਰ ਉਹਨੇ ਕਿਹਾ ਕਤ ਨਹੀਂ ਠੌਰ। ਹੁਣ ਇਹ ਜਿਹੜੀ ਗੱਲ ਹੈ, ਕਹਿ ਭਗਤ ਜੀ ਰਹੇ ਨੇ। ਭਗਤ ਜੀ ਮਾਨੋ ਉਸ ਵੈਦ ਦੀ ਅੰਦਰ ਦੀ ਅਵਸਥਾ ਨੂੰ ਕਹਿ ਰਹੇ। ਉਹ ਆਂਦਾ ਮੈਨੂੰ ਕੋਈ ਠੌਰ ਜਗ੍ਹਾ ਨਜ਼ਰ ਹੀ ਨਹੀਂ ਆਉਂਦੀ। ਮੂਲ ਕਤ ਲਾਵੋ। ਹੁਣ ਕਮਾਲ ਦੀ ਗੱਲ ਹੈ, ਸਾਧ ਸੰਗਤ, ਮੂਲ ਸ਼ਬਦ
ਦੇ 9 ਅਰਥ ਮੈਂ ਪੜ੍ਹੇ ਨੇ। ਮੂਲ ਦਾ ਅਰਥ ਮੁੱਢ ਵੀ ਹੈ, ਮੂਲ ਦੇ ਅਰਥ ਜੜ ਮੂਲ ਵੀ ਹੈ, ਕੰਧ ਮੂਲ ਵੀ, ਕਿੰਨੇ ਕੁ ਦੱਸੇ। ਪਰ ਇੱਥੇ ਮੂਲ ਦਾ ਅਰਥ ਦਵਾਈ ਕੀਤਾ। ਕਤ ਨਹੀਂ ਠੌਰ, ਉਹ ਜਗ੍ਹਾ ਮੈਨੂੰ ਸਮਝ ਨਹੀਂ ਆਉਂਦੀ। ਮੂਲ ਕਤ ਲਾਵਾਂ, ਦਵਾਈ ਕਿੱਥੇ ਲਾਵਾਂ। ਖੋਜਤ ਤਨ ਮੈਂ ਠੌਰ ਨਾ ਪਾਵਾਂ, ਮੈਂ ਤੇ ਸਾਰੇ ਸਰੀਰ ਨੂੰ ਖੋਜ ਕੇ ਟਟੋਲ ਕੇ ਲੱਭ ਲਏ, ਮੈਨੂੰ ਕੋਈ ਜਗ੍ਹਾ ਹੀ ਨਹੀਂ ਲੱਭੀ। ਭਈ ਜਿੱਥੇ ਭਗਤ ਕਬੀਰ ਜੀ ਨੂੰ ਕੋਈ ਪੀੜ ਹੋ ਰਹੀ ਹੋਵੇ, ਨਾਮ ਜਪਣ ਵਾਲੇ ਨੂੰ ਪੀੜ ਹੋ ਰਹੀ ਹੋਵੇ, ਗੁਰੂ ਨਾਨਕ ਪਾਤਸ਼ਾਹ ਨੂੰ ਪੀੜ ਦਾ ਪਤਾ ਲਾਉਣਾ ਕੋਈ ਸੌਖਾ ਹੈ। ਉਹ ਕਹਿੰਦੇ ਵੈਦਾ ਮੇਰੀ ਬਾਂਹ ਛੱਡ ਦੇ, ਤੈਨੂੰ ਰੋਗ ਦੀ ਸਾਰ ਨਾ ਕਾਈ। ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਵੈਦਾ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ। ਹੇ ਵੈਦ, ਤੂੰ ਪਹਿਲਾਂ ਰੋਗ ਦੀ ਜੜ ਫੜ। ਵੈਦਾ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ। ਐਸਾ ਦਾਰੂ ਲੋੜ ਲਓ, ਜਿਤ ਵੰਜੈ ਰੋਗਾਂ ਕਾਣ। ਵੈਦ ਤੇ ਸਾਰੇ ਹਨ, ਪਰ ਵੱਖ-ਵੱਖ ਬਿਮਾਰੀਆਂ ਦੇ ਵੈਦ ਨੇ। ਤੇ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਅਸਲ ਵੈਦ ਉਹ ਹੈ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਹੁਣ ਇਹ ਜਿਹੜੀ ਪੀੜਾ ਹੈ ਰੱਬ ਤੋਂ ਵਿਛੋੜੇ ਵਾਲੀ, ਰੱਬ ਦੀ ਭਗਤੀ ਵਾਲੀ, ਇਹ ਤੇ ਉਹੀ ਸਾਰ ਜਾਣ ਸਕਦਾ ਜਿਸ ਨੂੰ ਲੱਗੀ। ਲਾਗੀ ਹੋਏ ਤੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਕਤ ਨਹੀਂ ਠੌਰ, ਮੂਲ ਕਤ ਲਾਵਾਂ। ਹੁਣ ਅਸੀਂ ਮੂਲ ਦਾ ਅਰਥ ਮੁੱਢ ਕਹਿੰਦੇ, ਪਰ ਇੱਥੇ ਮੂਲ ਦਾ ਮਤਲਬ ਹੈ ਦਵਾਈ। ਉਹ ਜਗ੍ਹਾ ਹੀ ਨਹੀਂ ਲੱਭ ਰਹੀ, ਦਵਾਈ ਕਿੱਥੇ ਲਾਵਾਂ। ਖੋਜਤ ਤਨ ਮੈਂ ਠੌਰ ਨਾ ਪਾਵਾਂ, ਮੈਂ ਤੇ ਸਾਰੇ ਸਰੀਰ ਨੂੰ ਖੋਜ ਲਿਆ, ਮੈਨੂੰ ਕੋਈ ਜਗ੍ਹਾ ਹੀ ਨਹੀਂ ਲੱਭ ਰਹੀ। ਹੁਣ ਦੱਸੋ, ਜੇ ਕਿਸੇ ਨੂੰ ਸੱਟ ਲੱਗੀ ਹੋਵੇ, ਫਿਰ ਸਾਹਮਣੇ ਨਜ਼ਰ ਆਵੇ ਤਾਂ ਅਸੀਂ ਉੱਤੇ ਮਲਮ ਪੱਟੀ ਕਰ ਦਿੰਦੇ, ਪਰ ਜੇ ਗੁੱਝੀ ਸੱਟ ਹੋਵੇ, ਉਹਨੂੰ ਲੱਭਣ ਵਾਸਤੇ ਤਾਂ ਬੜੀ ਮਿਹਨਤ ਕਰਨੀ ਪਵੇ। ਇਹ ਜਿਹੜੀ ਪਰਮਾਤਮਾ ਦੇ ਪ੍ਰੇਮਾ ਭਗਤੀ ਵਾਲੀ ਪੀੜ ਹੈ ਨਾ, ਇਹ ਤਾਂ ਉਹ ਹੀ ਜਾਣ ਸਕਦਾ ਹੈ। ਲਾਗੀ ਹੋਏ ਤੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਹੁਣ ਇੱਕੋ ਹੀ ਗੱਲ ਨੂੰ ਸਮਝਣ ਵਾਸਤੇ ਕਿੰਨੀ ਮਿਹਨਤ ਕਰਨ ਦੀ ਲੋੜ ਹੈ। ਤੇ ਜਿਹੜੇ ਅਸੀਂ ਗਿਣਤੀ ਮਿਣਤੀ ਦੇ ਪਾਠ ਕਰਨ ਰਹੇ, ਜਿਹੜੇ ਅਸੀਂ ਘੰਟਿਆਂ ਵਿੱਚ ਇੰਨੇ ਪੱਤਰੇ ਕਰਨ ਦੇ ਆਦੀ ਬਣ ਗਏ। ਪਾਠੀ ਇੱਕ ਉੱਠਦਾ ਹੈ, ਦੂਜੇ ਨੂੰ ਚੁਟਕੀ ਮਾਰ ਕੇ ਕਹਿੰਦਾ ਬਸ ਕਰੀ ਚੱਲੋ ਕਰੀ ਚੱਲੋ। ਉਹ ਕਦੋਂ ਪੜ੍ਹੇਗਾ ਤੇ ਕਦੋਂ ਸਮਝੇਗਾ ਤੇ ਕਦੋਂ ਵਿਚਾਰੇਗਾ ਤੇ ਕਰੀ ਜਾਏ। ਪਰ ਭਗਤ ਕਬੀਰ ਜੀ ਦੇ ਸ਼ਬਦ ਨੂੰ ਸਮਝਣ ਲਈ ਕਿਤਨੀ ਮਿਹਨਤ ਦੀ ਲੋੜ। ਕਹਿੰਦੇ ਕਤ ਨਹੀਂ ਠੌਰ, ਉਹ ਕਿਹੜੀ ਜਗ੍ਹਾ। ਮੂਲ ਕਤ ਲਾਵਾਂ, ਦਵਾਈ ਕਿੱਥੇ ਲਾਵਾਂ। ਖੋਜਤ ਤਨ ਮੈਂ ਠੌਰ ਨਾ ਪਾਵਾਂ, ਮੈਨੂੰ ਤਾਂ ਸਰੀਰ 'ਚ ਕਦੇ ਜਗ੍ਹਾ ਲੱਭਦੀ ਨਹੀਂ ਜਿੱਥੇ ਮੈਂ ਦਵਾਈ ਲਾਵਾਂ। ਲਾਗੀ ਹੋਏ ਤੋ ਜਾਣੈ ਪੀਰ, ਜਿਸ ਨੂੰ ਇਹ ਪੀੜਾ ਲੱਗੀ ਹੋਵੇ ਵਿਛੋੜੇ ਵਾਲੀ, ਉਹਨੂੰ ਹੀ ਲੱਗ ਸਕਦਾ ਪਤਾ। ਰਾਮ ਭਗਤ ਅਨਿਆਲੇ ਤੀਰ, ਇਹ ਜਿਹੜੇ ਰਾਮ ਦੀ ਭਗਤੀ ਦੇ ਤੀਰ ਹਨ ਬੜੇ ਅਣਿਆਲੇ ਹਨ। ਰੋਜ਼ ਪੜ੍ਹੀ ਜਾਂਦੇ ਹੋ ਅਸੀਂ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਜਿਸ ਲਾਗੀ ਪੀਰ ਪਰਮ ਕੀ, ਸੋ ਜਾਣੈ ਜਰੀਆ। ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਸਾਧ ਸੰਗਤ ਜੀ, ਬਾਣੀ ਦੀ ਇੱਕ ਇੱਕ ਪੰਕਤੀ ਨੂੰ ਸਮਝਣ ਵਾਸਤੇ
ਇਹ ਠੀਕ ਹੈ। ਟੀਕਾਕਾਰਾਂ ਨੇ ਸਾਡੀ ਸਹੂਲਤ ਲਈ ਬੜੀ ਮਿਹਨਤ ਕੀਤੀ। ਕਈਆਂ ਨੇ ਬਹੁਤ ਬਹੁਤ ਸਾਖੀਆਂ ਲਿਖੀਆਂ, ਪਰ ਜੇ ਅਸੀਂ ਇਸ ਨੂੰ ਰਿੜਕ ਕੇ ਵਿਚਾਰ ਕੇ ਪੜ੍ਹਾਂਗੇ, ਸਮਝ ਆਵੇਗੀ ਇਹ ਪੀੜ ਵੀ ਕੋਈ ਹੋਰ ਹੈ, ਔਰ ਇਸ ਪੀੜ ਦੀ ਸਮਝ ਉਹਨਾਂ ਨੂੰ ਹੀ ਆ ਸਕਦੀ ਹੈ। ਲਾਗੀ ਹੋਏ ਤੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਇਹ ਰਾਮ ਦੀ ਭਗਤੀ ਵਾਲੇ ਜਿਹੜੇ ਤੀਰ ਹਨ, ਇਹ ਬੜੇ ਅਣਿਆਲੇ। ਲਓ ਅਗਲੀ ਪੰਕਤੀ ਵਿੱਚ ਲਿਖਦੇ ਨੇ ਭਗਤ ਜੀ, ਏਕ ਭਾਏ ਦੇਖੋ ਤਬ ਨਾਰੀ। ਨਾਰੀ ਦਾ ਮਤਲਬ ਹੈ ਇਸਤਰੀ, ਸਭ ਨਾਰੀ ਸਭ ਇਸਤਰੀਆਂ। ਇਹ ਜਿੰਨੀਆਂ ਵੀ ਇਸਤਰੀਆਂ ਨੇ, ਜੀਵ ਚਾਹੇ ਇਸਤਰੀ ਚਾਹੇ ਪੁਰਖ, ਬਾਣੀ 'ਚ ਲਿਖਿਆ, ਇਸਤਰੀ ਰੂਪ ਚੇਰੀ ਕੀ ਨਿਆਈ, ਸ਼ੋਭ ਨਹੀਂ ਬਿਨ ਭਰਤਾ ਰੇ, ਏਕਾ ਪੁਰਖ ਸਬਾਈ ਨਾਰ। ਅਸੀਂ ਸਾਰੇ ਜੀਵ ਇਸਤਰੀਆਂ ਰੂਪ। ਏਕ ਭਾਏ ਦੇਖੋ ਤਮ ਨਾਰੀ, ਸਾਰੀਆਂ ਨਾਰੀਆਂ ਨੂੰ ਇੱਕ ਨਜ਼ਰ ਨਾਲ ਦੇਖੋ। ਕਿਆ ਜਾਣੋ ਸ਼ੈ ਕੌਣ ਪਿਆਰੀ, ਸਾਨੂੰ ਕਿਵੇਂ ਪਤਾ ਲੱਗੇ ਵੀ ਆਪਣੇ ਪਤੀ ਨੂੰ ਕਿਹੜੀ ਪਿਆਰੀ। ਇਹਦੇ ਉੱਤੇ ਸਾਖੀਕਾਰ ਨੇ ਇੱਕ ਸਾਖੀ ਲਿਖ ਦਿੱਤੀ। ਕਹਿੰਦੇ ਰਾਜਾ ਬਿਸ਼ਨ ਸਿੰਘ, ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਅਨੰਨ ਸੇਵਕ ਸੀ, ਕਾਮ ਰੂਪ ਦੇਸ਼ ਤੇ ਰਾਜੇ ਨੂੰ ਜਿੱਤਣ ਵਾਸਤੇ ਚੜ੍ਹਾਈ ਕਰਕੇ ਗਏ ਤੇ ਬੇਨਤੀ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਨਾਲ ਲੈ ਗਏ। ਮੁਹਿੰਮ ਫਤਿਹ ਹੋ ਗਈ, ਰਾਜੇ ਦੀ ਜਿੱਤ ਹੋ ਗਈ। ਲੜਾਈ ਵਿੱਚ ਕੀ ਪਤਾ ਹੁੰਦਾ ਕੌਣ ਜਿੱਤੇ ਤੇ ਕੌਣ ਹਾਰੇ, ਤੇ ਕੌਣ ਮਰੇ ਤੇ ਕੌਣ ਮਾਰੇ। ਜਦੋਂ ਜਿੱਤ ਹੋ ਗਈ, ਰਾਜੇ ਦੀਆਂ 7 ਰਾਣੀਆਂ ਸਨ। ਉਹਨੇ 7 ਨੂੰ ਚਿੱਠੀ ਲਿਖੀ, ਮੇਰੀ ਜਿੱਤ ਹੋ ਗਈ, ਮੈਂ ਹੁਣ ਵਾਪਸ ਆ ਰਿਹਾ, ਮੈਨੂੰ ਦੱਸੋ ਤੁਹਾਨੂੰ ਕੀ ਕੀ ਚੀਜ਼ ਚਾਹੀਦੀ ਹੈ, ਜਿਹੜੀ ਜਿਹੜੀ ਵਸਤੂ ਤੁਹਾਨੂੰ ਚਾਹੀਦੀ ਹੈ ਮੈਨੂੰ ਦੱਸੋ, ਮੈਂ ਲੈ ਕੇ ਆਵਾਂ। ਕਹਿੰਦੇ 6 ਰਾਣੀਆਂ ਨੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਲਿਖੀਆਂ। ਕਿਸੇ ਨੇ ਕੱਪੜੇ ਲਿਖੇ, ਕਿਸੇ ਨੇ ਕੋਈ ਚੀਜ਼ ਹੋਰ ਲਿਖੀ। ਜਿਹੜੀ ਸਭ ਤੋਂ ਛੋਟੀ ਰਾਣੀ ਸੀ ਨਾ, 7ਵੀਂ, ਉਹਨੇ ਆਪਣੀ ਚਿੱਠੀ ਵਿੱਚ ਕੀ ਲਿਖਿਆ, ਇੱਕ ਪਾਸੇ ਲਾਲ ਰੰਗ ਲਾ ਦਿੱਤਾ, ਇੱਕ ਪਾਸੇ ਸਾ ਲਿਖ ਦਿੱਤਾ, ਸੱਸਾ ਕਰ ਲਿਖ ਦਿੱਤਾ। ਰਾਜੇ ਨੇ ਸਾਰੀਆਂ ਰਾਣੀਆਂ ਦੀ ਚਿੱਠੀਆਂ ਲਿਖ ਪੜ੍ਹੀਆਂ। ਜੋ ਜਿਸ ਰਾਣੀ ਨੇ ਲਿਖਿਆ ਸੀ ਉਹਨਾਂ ਵਾਸਤੇ ਉਹ ਚੀਜ਼ਾਂ ਲੈ ਲਈ। ਪਰ ਜਦੋਂ ਸਭ ਤੋਂ ਛੋਟੀ ਰਾਣੀ ਦੀ ਚਿੱਠੀ ਖੋਲ੍ਹੀ, ਇੱਕ ਪਾਸੇ ਰੰਗ ਲਾਲ ਲੱਗਾ ਸੀ, ਇੱਕ ਪਾਸੇ ਸੱਸਾ ਸੀ। ਉਹਨੂੰ ਸਮਝ ਹੀ ਨਾ ਆਵੇ। ਉਹਨੇ ਆਪਣੇ ਵਜ਼ੀਰ ਨੂੰ ਬੁਲਾਇਆ, ਆਖਣਗਾ ਵੀ ਆਹ ਗੱਲ ਮੇਰੀ ਸਮਝ ਵਿੱਚ ਨਹੀਂ ਆ ਰਹੀ। ਵਜ਼ੀਰ ਨੇ ਆਪਣੀ ਸਮਝ ਮੁਤਾਬਕ ਕਿਹਾ, ਰਾਜਨ, ਇਹ ਰਾਣੀ ਦੀ ਇੱਕੋ ਇੱਛਾ ਹੈ ਕਿ ਤੁਸੀਂ ਆ ਜਾਓ। ਲਾਲ ਰੰਗ ਪਿਆਰ ਦਾ ਪ੍ਰਤੀਕ ਹੈ ਤੇ ਸਾਹ ਦਾ ਮਤਲਬ ਹੈ ਮੈਨੂੰ ਲਾਲਸਾ ਤੁਹਾਡੇ ਮਿਲਣ ਦੀ। ਜੋ ਵਜ਼ੀਰ ਨੇ ਦੱਸਿਆ, ਮੈਨੂੰ ਹੋਰ ਕੀ ਚੀਜ਼ ਨਹੀਂ ਚਾਹੀਦੀ। ਰਾਜੇ ਨੇ ਬੜੀ ਖੁਸ਼ੀ ਮਨਾਈ। ਉਹਨਾਂ ਵਾਸਤੇ ਤੇ ਉਹ ਚੀਜ਼ਾਂ ਲਈਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਸਨ, ਪਰ ਛੋਟੀ ਰਾਣੀ ਵਾਸਤੇ ਉਹ ਸਾਰੀਆਂ ਚੀਜ਼ਾਂ ਲੈ ਲਈਆਂ, ਜਿਹਨੇ ਸਿਰਫ ਰਾਜੇ ਨੂੰ ਮਿਲਣ ਦੀ ਹੀ ਇੱਛਾ ਕੀਤੀ। ਹੁਣ ਦੇਖਣ ਨੂੰ ਤੇ ਅਸੀਂ ਸਾਰੇ ਹੀ ਭਗਤ ਹੈਗੇ, ਸਾਰੇ ਹੀ ਨੇ ਜੋ ਅਸੀਂ ਗੁਰੂ ਦੇ ਸਿੱਖ ਹਾਂ। ਅਸੀਂ ਸਵੇਰੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ, ਪਰ ਅੰਦਰੋਂ ਕਿਸ ਦਾ ਪ੍ਰਭੂ ਨਾਲ ਪਿਆਰ ਹੈ, ਇਹ ਉਹ ਮਾਲਕ ਹੀ ਜਾਣ। ਕਹਿੰਦੇ ਰਾਜਾ ਵਾਪਸ ਆ ਗਿਆ।
ਤੇ ਸਭ ਤੋਂ ਪਹਿਲਾਂ ਛੋਟੀ ਰਾਣੀ ਦੇ ਮਹਿਲਾਂ ਵਿੱਚ ਗਿਆ। ਉਹ ਸਾਰੀਆਂ ਚੀਜ਼ਾਂ ਲਿਜਾ ਕੇ ਉਹਨੂੰ ਦੇ ਦਿੱਤੀਆਂ। ਵੱਡੀਆਂ ਰਾਣੀਆਂ ਨੇ ਇਤਰਾਜ਼ ਕੀਤਾ, ਸਾਡਾ ਹੱਕ ਪਹਿਲਾਂ ਸੀ, ਸਾਡੇ ਕੋਲ ਤੁਹਾਨੂੰ ਆਉਣਾ ਚਾਹੀਦਾ ਸੀ। ਰਾਜੇ ਨੇ ਸਮਝਾਇਆ, ਦੇਖੋ ਤੁਸੀਂ ਜਿਹੜੀ ਜਿਹੜੀ ਚੀਜ਼ ਮੰਗੀ ਮੈਂ ਤੁਹਾਨੂੰ ਲਿਆ ਦਿੱਤੀ, ਪਰ ਇਸ ਨੇ ਕੋਈ ਚੀਜ਼ ਮੰਗੀ ਨਹੀਂ, ਇਹਨੂੰ ਮੈਨੂੰ ਹੀ ਮੰਗਿਆ। ਉਹ ਬੜੀਆਂ ਸ਼ਰਮਿੰਦੀਆਂ ਹੋਈਆਂ। सचमुच इसी तरह एक भाई देखो तब नारी। स्त्रियां तो सब स्त्रियां ही, पर क्या जानो शह कौन प्यारी। ये की पता है कि किसका पति नाल प्यार। असी सारे गुरु घर विच आउंदे, सारे अरदासां करते, साडियां अरदासां की हुंदियां? ਧੀਆਂ ਲਈ, ਪੁੱਤਰਾਂ ਲਈ, ਕਾਰੋਬਾਰ ਲਈ, ਬੜੇ ਹੋਰ ਹੀ ਹੋਰ ਚੀਜ਼ਾਂ ਦੀਆਂ। ਸਾਡੇ ਵਿੱਚੋਂ ਕੋਈ ਹੋਵੇਗਾ ਜਿਹੜਾ ਇਹ ਮੰਗਦਾ ਹੋਵੇ, ਵਾਹਿਗੁਰੂ ਸਾਨੂੰ ਆਪਣਾ ਨਾਮ ਬਖਸ਼ੋ, ਸਾਨੂੰ ਆਪਣਾ ਪ੍ਰੇਮ ਬਖਸ਼ੋ। ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸ਼ੈ ਕੌਣ ਪਿਆਰੀ। ਕੀ ਪਤਾ ਹੈ ਕਿ ਕਿਸਦਾ ਪ੍ਰਭੂ ਨਾਲ ਪਿਆਰ। फिर कबीर जी अखीर च कहते, कहो कबीर जा कै मस्तक भाग। हुण इत्थे मस्तक दे कक्के नूं सिहारी मत्थे उत्ते भाग, भाव जिहदे मत्थे ते भाग हन, जिहड़ी खुशकिस्मत है। सब पर हर ताको मिले सुहाग। सब पर हर, सब नूं छड्ड के ਉਹਨੂੰ ਸੁਹਾਗ, ਸੁਹਾਗ ਕਹਿੰਦੇ ਨੇ ਪਤੀ ਨੂੰ, ਉਹਨੂੰ ਪਤੀ ਮਿਲਦਾ। ਅਸੀਂ ਤੇ ਪਤੀ ਕੋਲੋਂ ਹੋਰ ਹੋਰ ਚੀਜ਼ਾਂ ਮੰਗੀ ਜਾਂਦੇ। ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਹੋ ਸੁਜਾਨਾ। ਜੋ ਦੀਨੋਂ ਤੋਂ ਇੱਕ ਹੈ ਬਾਰ, ਮਨ ਮੂਰਖਾਂ ਕਰਾਂ ਪੁਕਾਰ। जो मंगे तो मंगे बिया, जाते कुशल न काहू थिया। मांगण मांगता एक मांग, नानक जानते परे पराग। भाई बाणी बहुत डूंगी है। बाणी दे भाव समझण वास्ते सानू बड़ी ही दृढ़ता दे नाल गुरु महाराज अगे अरदास करनी पवे। तो भगत जी ने कहा, कत नहीं ठौर मूल कत लाओ, खोजत तन में ठौर न पाओ। लागी होए सो जाने पीर, राम भगत अनियाले तीर। रहाओ एक भाए देखो तम नारी, क्या जानो शह कौन प्यारी। कहो कबीर जाके मस्तक भाग, सब पर हर ताको मिले सुहाग। गुरु नानक पातशाह ते कहंदे ने, प्यारिओ होर होर मंगण दी बजाए ये अरदास करिया करो। गुरा एक दे बुझाई, सबना जियां का एक दाता। सो मैं विसर न जाई। ਤੇ ਜਿਸ ਨੂੰ ਇੱਕ ਮਿਲ ਗਿਆ ਉਹਦੇ ਕੋਲ ਸਭ ਕੁਝ ਆ ਜਾਏਗਾ। तो गुरबाणी सानू एक नाल जुड़न की प्रेरणा कर रही है। वाहिगुरु जी का खालसा, वाहिगुरु जी की फतेह।